ਕਾਫੀ ਸਵਾਲ ਹੈ ਜਿਹੜੇ ਉਹ ਪੈਦਾ ਹੋ ਜਾਂਦੇ ਨੇ ਵੀ ਆਖਰ ਅਜਿਹਾ ਕੀ ਹੈ ਰਾਜਨੀਤੀ ਦੇ ਵਿੱਚ ਕਿ ਚੰਗੀਆਂ ਪਲਾਂਘਾਂ ਪੁੱਟਦੇ ਚੰਗੇ ਨਾਮਵਰ ਵਿਅਕਤੀ ਇਸ ਰਾਜਨੀਤੀ ਨੂੰ ਅਲਵਿਦਾ ਕਿਉਂ ਕਹਿ ਦਿੰਦੇ ਨੇ, ਇਹ ਤੋਂ ਪਾਸਾ ਕਿਉਂ ਵੱਟ ਲੈਂਦੇ ਨੇਗੇ। ਸੋ ਅੱਜ ਵੀ ਇੱਕ ਅਜਿਹੀ ਗੱਲ ਹੋਈ ਹੈ, ਕਿਉਂਕਿ ਸਾਡੇ ਇਲਾਕੇ ਦਾ ਹੀ ਨਹੀਂ ਕਹਿ ਸਕਦੇ ਅਸੀਂ, ਪੰਜਾਬ ਦੇ ਵਿੱਚ ਚਰਚਿਤ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਇੱਕ ਟਰਾਂਸਪੋਰਟਰ ਵੀ ਨੇ ਔਰ ਰਾਜਨੀਤੀ ਦੇ ਵਿੱਚ ਵੀ ਵੱਡਾ ਨਾਮ। ਉਹਨਾਂ ਨੇ ਅੱਜ ਅਚਾਨਕ ਐਲਾਨ ਕਰ ਦਿੱਤਾ ਕਿ ਉਹ ਜਿਹੜੀ ਰਵਾਇਤੀ ਰਾਜਨੀਤੀ ਹੈ ਉਹ ਤੋਂ ਪਾਸਾ ਵੱਟਣਗੇ, ਉਹਨੂੰ ਅਲਵਿਦਾ ਕਹਿਤਾ। ਉਹਨਾਂ ਨੇ ਸਮਾਜ ਸੇਵਾ ਵਾਲੇ ਖੇਤਰ ਦੇ ਵਿੱਚ ਰਹਿਣ ਦਾ ਫੈਸਲਾ ਲਿਆ। ਸਾਡੇ ਨਾਲ ਨੇ ਭੋਲਾ ਸਿੰਘ ਵਿਰਕ, ਉਹਨਾਂ ਨੂੰ ਪੁੱਛਦੇ ਹਾਂ ਵੀ ਆਖਰ ਕੀ ਹੋਇਆ, ਕੀ ਕਾਰਨ ਹੈ ਉਹਨਾਂ ਨੂੰ ਇਹ ਅਜਿਹਾ ਡਿਸੀਜਨ ਉਹਨਾਂ ਨੇ ਕਿਉਂ ਲਿਆ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਕਿਉਂ ਅੱਜ ਜਾਣ ਕੇ ਐਡਾ ਵੱਡਾ ਫੈਸਲਾ ਤੁਸੀਂ ਲਿਆ? ਲੋਕ ਤਾਂ ਮਤਲਬ ਪੌੜੀ ਭਾਲਦੇ ਰਹਿੰਦੇ ਆ ਵੀ ਕਿਤੇ ਨਾ ਕਿਤੇ ਹੱਥ ਪੈ ਜੇ ਮਾੜਾ ਮੋਟਾ, ਤਾਂ ਤੁਸੀਂ ਤਾਂ ਇੱਕ ਸਥਾਪਿਤ ਨਾਉ ਰਾਜਨੀਤੀ ਦੇ ਵਿੱਚ, ਜਿਨ੍ਹਾਂ ਦੇ ਵੱਡੇ ਵੱਡੇ ਲੀਡਰ ਤੁਹਾਡੀ ਮਤਲਬ ਇੱਥੇ ਆ ਕੇ ਤੁਹਾਡੀ ਹਾਜ਼ਰੀ ਭਰਦੇ ਰਹਿੰਦੇ ਨੇ, ਅਤੇ ਤੁਸੀਂ ਅੱਜ ਇਹ ਕੀ ਫੈਸਲਾ ਲਿਆ ਅਚਾਨਕ ਵੀ ਰਾਜਨੀਤੀ ਤੋਂ ਪਾਸਾ ਵੱਟ ਰਹੇ ਹੋ? ਸੰਧੂ ਸਾਹਿਬ, ਫੈਸਲਾ ਅਚਾਨਕ ਨਹੀਂ, ਪਿਛਲੇ ਲੰਮੇ ਸਮੇਂ ਤੋਂ ਇਹਦੇ 'ਤੇ ਵਰਕ ਚੱਲ ਰਿਹਾ ਸੀ। ਲੇਕਿਨ ਮਈ 2020 ਦੇ ਵਿੱਚ ਵੀ ਇਹ ਸੋਚਿਆ ਸੀ ਕਿ ਇੱਕ ਬਹੁਤ ਵੱਡਾ ਇਕੱਠ ਕਰਕੇ ਇੱਕ ਇੱਦਾਂ ਦਾ ਸੁਨੇਹਾ ਦਿੱਤਾ ਜਾਵੇ, ਲੇਕਿਨ ਕੋਵਿਡ-19 ਕਰਕੇ ਉਹ ਜਿਹੜਾ ਪੋਸਟਪੋਨ ਹੁੰਦਾ ਰਿਹਾ। ਲੇਕਿਨ ਹੁਣ ਵੀ ਸੋਚਿਆ ਸੀ ਕਿ ਸ਼ਾਇਦ ਮਤਲਬ 31 ਦਸੰਬਰ ਤੱਕ ਇਹ ਜਿਹੜਾ ਹਾਲਾਤ ਨੇ ਨੋਰਮਲ ਹੋ ਜਾਣ, ਪਰੰਤੂ ਹਲੇ ਉਹ ਇਜਾਜ਼ਤ ਨਹੀਂ ਦਿੰਦੀ, ਉਹੀ ਬਿਮਾਰੀ ਹੈ ਜਿਹੜੀ। ਸੋ ਇਸ ਲਈ ਸੋਚਿਆ ਵੀ ਉਹ ਇਕੱਠ ਹਾਲੇ ਠਹਿਰ ਕੇ ਕਰਾਂਗੇ। ਲੇਕਿਨ ਇੱਕ ਵਾਰੀ ਘੱਟੋ ਘੱਟ ਇਹ ਜ਼ਰੂਰ ਸਪਸ਼ਟ ਕਰ ਦਈਏ ਕਿ ਮੈਂ ਕਿਸੇ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ। ਮੈਂ ਰਾਜਨੀਤਿਕ ਹਾਂ, ਪਰੰਤੂ ਮੈਂ ਕਿਸੇ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ। ਜੀ, ਕੀ ਕਾਰਨ ਲੱਗਿਆ ਤੁਸੀਂ ਮਤਲਬ ਜਦੋਂ ਤੋਂ ਸ਼ੁਰੂ ਕੀਤਾ ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਵੱਡੇ ਲੀਡਰਾਂ ਨਾਲ ਕੰਮ ਕੀਤਾ? ਮਸਲਨ ਜੇ ਅਸੀਂ ਗੱਲ ਕਰ ਸਕਦੇ ਹਾਂਗੇ, ਤੁਸੀਂ ਬਲਵੰਤ ਸਿੰਘ ਰਾਮੂਵਾਲੀਆ ਨਾਲ, ਇਸ ਰਾਜਨੀਤੀ ਦੇ ਚਾਣਕੀਆ ਕਹਿੰਦੇ ਕਹੇ ਜਾਂਦੇ ਮਤਲਬ ਹਰਕਿਸ਼ਨ ਸੁਰਜੀਤ ਦਾ ਵੀ ਸਾਥ ਮਾਣਿਆ ਤੁਸੀਂ। ਕੀ ਕਿਸ ਤਰ੍ਹਾਂ ਦੇਖਿਆ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਵੀ ਰਾਜਨੀਤੀ ਕਿਹੋ ਜਿਹੀ ਰਾਜਨੀਤੀ ਹੈ ਜਿਹੜੀ, ਇਹਦਾ ਕੀ ਸਰੂਪ ਕੀ ਹੈ? ਦੇਖੋ, ਪਹਿਲੀ ਗੱਲ ਤਾਂ ਜਿਹੜੀ ਰਾਜਨੀਤੀ ਆ, ਮੈਂ ਇਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਵੀ ਇਹਦਾ ਨਾਂ ਕੀ ਆ। ਰਾਜਨੀਤੀ ਤੋਂ ਭਾਵ ਹੈ ਗੁਪਤ ਨੀਤੀ। ਜਿੰਨੀ ਕਿਸੇ ਤੋਂ ਗੱਲ ਗੁਪਤ ਰੱਖ ਸਕਦੇ ਹੋ ਉਨਾ ਹੀ ਤੁਸੀਂ ਵੱਡੇ ਰਾਜਨੀਤਿਕ ਲੋਕ ਹੋ। ਲੇਕਿਨ ਪਹਿਲੀ ਗੱਲ ਤਾਂ ਮੈਨੂੰ ਉਹ ਗੱਲ ਗੁਪਤ ਰੱਖਣੀ ਨਹੀਂ ਆਉਂਦੀ, ਮੇਰੇ ਜਿਹੇ ਘਾਟ ਹੈ। ਜਦੋਂ ਗੱਲ ਗੁਪਤ ਨਹੀਂ ਰੱਖਣੀ ਆਉਂਦੀ ਤਾਂ ਮੈਂ ਗੁਪਤ ਨੀਤੀਵਾਨ ਨਹੀਂ, ਮੈਂ ਰਾਜਨੀਤੀਵਾਨ ਨਹੀਂ। ਸੋ ਇਸ ਲਈ ਫਿਰ ਰਹਿਣਾ ਉੱਥੇ ਲਾਇਕ ਉਹਦੇ ਹੈ ਨਹੀਂ, ਅਤੇ ਕੁਦਰਤੀ ਗੱਲ ਹੈ ਫਿਰ ਘੁੱਟਣ ਮਹਿਸੂਸ ਹੁੰਦੀ ਹੈ। ਅਤੇ ਮੈਂ ਸੋਚਿਆ ਵੀ ਨਹੀਂ, ਆਪਾਂ ਲੋਕਾਂ ਦੇ ਵਿੱਚ ਹੀ ਰਹੀਏ। ਸੋ ਇਸ ਲਈ ਜਿਹੜੀ ਸਰਗਰਮ ਰਾਜਨੀਤੀ ਹੈ ਉਹ ਮੈਂ ਜਿਹੜੀਆਂ ਉਹ ਪਾਰਟੀਆਂ ਨੇ ਉਹਨਾਂ ਤੋਂ ਸਾਰੀਆਂ ਤੋਂ ਅਲਵਿਦਾ ਆ ਕੇ ਮੈਂ ਆਮ ਲੋਕਾਂ ਦੇ ਵਿੱਚ ਵਿਚਰੂੰਗਾ। ਨਹੀਂ, ਕਿਹਾ ਤਾਂ ਇਹ ਵੀ ਜਾਂਦਾ ਨਾ ਵੀ ਇਹ ਰਾਜਨੀਤੀ ਕਿਹਾ ਜਾ ਵੀ ਸ਼ੇਰ ਦੀ ਸਵਾਰੀ ਹੈ, ਜਿੰਨਾ ਚਿਰ ਉੱਪਰ ਬੈਠੇ ਹੋ ਠੀਕ ਹੈ, ਨਹੀਂ ਫਿਰ ਤੁਹਾਡਾ ਜਿਵੇਂ ਤੁਸੀਂ ਹੁਣ ਰਾਜਨੀਤੀ ਖੇਤਰ ਦੇ ਵਿੱਚ ਵਿਚਰੇ ਹੋ, ਇਹਦੇ ਵਿੱਚ ਬੜਾ ਕੁਝ ਦੁਸ਼ਮਣ ਵੀ ਪੈਦਾ ਹੋ ਜਾਂਦੇ ਨੇ, ਮਿੱਤਰ ਵੀ ਪੈਦਾ ਹੁੰਦੇ ਨੇਗੇ, ਅਤੇ ਜਦੋਂ ਮਤਲਬ ਪਾਸੇ ਚਲਿਆ ਜਾਂਦਾ ਹੈ ਅਤੇ ਉਹਨੂੰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਡਿਫੀਕਲਟੀਆਂ ਵੀ ਪੈਦਾ ਹੋਣਗੀਆਂ। ਦੇਖੋ, ਬਹੁਤ ਵਧੀਆ ਗੱਲ ਆ ਤੁਹਾਡੀ। ਇਹ ਉਹਨਾਂ ਰਵਾਇਤੀ ਲੀਡਰਾਂ 'ਤੇ ਹੀ ਲਾਗੂ ਹੁੰਦੀ ਆ। ਜਦੋਂ ਬੰਦਾ ਸ਼ੇਰ 'ਤੇ ਬੈਠਾ ਹੁੰਦਾ ਨਾ, ਫਿਰ ਉਹ ਬਲੂੰਗੜੇ ਸਹੇ ਖਰਗੋਸ਼ ਖਾਂਦਾ ਹੈ ਨਾ, ਆਪ ਤੋਂ ਮਾੜਿਆਂ ਨੂੰ ਮਾਰਦਾ। ਅਤੇ ਜਦੋਂ ਫਿਰ ਉੱਤਰ ਜਾਂਦਾ, ਫਿਰ ਉਹ ਮਾੜੇ ਵੀ ਇਕੱਠੇ ਹੋ ਕੇ ਉਹਨੂੰ ਚਿੰਬੜਦੇ ਨੇ। ਅਤੇ ਮੈਂ ਜਦੋਂ ਖੁਦ ਇਹੋ ਜਿਹਾ ਕੁਛ ਕੀਤਾ ਹੀ ਨਹੀਂ, ਮੈਂ ਕੋਈ ਸਾਹਾ ਖਰਗੋਸ਼ ਆ ਜਿਹੜਾ ਨਾ ਮਿੱਧਿਆ ਨਾ ਮਾਰਿਆ, ਮੈਂ ਤਾਂ ਉਹ ਤੱਕ ਨਹੀਂ ਕਿਸੇ ਨੂੰ ਕਹੀ। ਅਤੇ ਮੈਂ ਤਾਂ ਹੁਣ ਜੇ ਸ਼ੇਰ ਦੀ ਸਵਾਰੀ ਤੋਂ ਉੱਤਰ ਵੀ ਗਿਆ ਤਾਂ ਮੈਨੂੰ ਤਾਂ ਅੱਗੇ ਨਾਲੋਂ ਵੱਧ ਸਕੂਨ ਮਿਲੂਗਾ। ਮੈਂ ਤਾਂ ਉਸ ਖੁਦ ਸ਼ੇਰ 'ਤੇ ਬੈਠਾ ਸ਼ੇਰ ਤੋਂ ਡਰੀ ਜਾਂਦਾ ਸੀ ਜੀ। ਹਾਂਜੀ, ਅਤੇ ਮੈਂ ਕਿਸੇ ਨੂੰ ਹੋਰ ਕੀ ਕਹਿਣਾ ਸੀ। ਅੱਗੇ ਦਾ ਫਿਰ ਕੀ ਫਿਊਚਰ ਪਲਾਨ ਕੀ ਕਰਿਆ ਜੀ? ਅੱਗੇ ਦਾ ਫਿਊਚਰ ਪਲਾਨ ਇਹ ਸਰ ਵੀ ਸੁਨੇਹਾ ਦੇਵਾਂਗੇ ਇਕੱਠੇ ਹੋ ਕੇ ਵੀ ਸਾਨੂੰ ਵਧੀਆ ਲੋਕਾਂ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜੀ ਇਹ ਚੋਣ ਹੈ ਕਿ ਆਮ ਚੋਣ ਨਹੀਂ, ਅਸੀਂ ਇੱਕ ਸ਼ਕਤੀ ਦੇ ਰਹੇ ਹਾਂ ਪੂਰੀ ਸੁਸਾਇਟੀ ਦੀ, ਸਮਾਜ ਦੀ, ਸੂਬੇ ਦੀ, ਦੇਸ਼ ਦੀ। ਜਿਹਨੂੰ ਅਸੀਂ ਜਦੋਂ ਚੁਣਦੇ ਹਾਂ ਤਾਂ ਉਹ ਦੇਸ਼ ਦੀ ਉਹਨਾਂ ਨੂੰ ਸ਼ਕਤੀ ਦਿੱਤੀ ਜਾਂਦੀ ਹੈ। ਲੇਕਿਨ ਜਦੋਂ ਅਸੀਂ ਮਾੜੇ ਬੰਦੇ ਨੂੰ ਸ਼ਕਤੀ ਦੇਵਾਂਗੇ ਤਾਂ ਫਿਰ ਉਹ ਆਪਦੀਆਂ ਸ਼ਕਤੀਆਂ ਦਾ ਪ੍ਰਯੋਗ ਉਹਦੇ ਅਕੋਰਡਿੰਗ ਹੀ ਕਰੇਗਾ ਜਿਹੋ ਜਿਹਾ ਉਹਦਾ ਦਿਲ ਦਿਮਾਗ ਹੈ। ਸੋ ਅਸੀਂ ਕਹਾਂਗੇ ਵੀ ਭਾਈ, ਚੋਣ ਕਰਨ ਤੋਂ ਪਹਿਲਾਂ ਤੁਸੀਂ ਉਸ ਵਿਅਕਤੀਗਤ ਨੂੰ ਥੋੜ੍ਹਾ ਜਿਹਾ ਲੰਮੇ ਸਮੇਂ ਤੋਂ ਉਹਦਾ ਪਿਛਲਾ ਪਿਛੋਕੜ ਦੇਖ ਕੇ, ਉਹਦਾ ਆਚਰਣ ਦੇਖ ਕੇ ਆਪਾਂ ਵੋਟ ਪਾਈਏ। ਉਹ ਚਾਹੇ ਕਿਸੇ ਵੀ ਜਾਤ ਦਾ, ਚਾਹੇ ਧਰਮ ਦਾ, ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਬਿਲੋਂਗ ਕਰਦਾ, ਉਹ ਇਨਸਾਨ ਨੇਕ ਹੋਣਾ ਚਾਹੀਦਾ। ਅਸੀਂ ਕਹਾਂਗੇ ਉਹ ਇਸ ਤਰ੍ਹਾਂ ਦਾ ਸੁਨੇਹਾ ਮੈਂ ਲੈ ਕੇ ਜਾਣਾ ਚਾਹੁੰਦਾ। ਇਸ ਗੱਲ 'ਤੇ ਪੂਰਾ ਜ਼ੋਰ ਲਾਵਾਂਗੇ ਅਸੀਂ। ਇਹ ਜਿਹੜਾ ਪਲੇਟਫਾਰਮ ਹੈ ਇਸ ਤਰ੍ਹਾਂ ਦਾ ਤੁਸੀਂ ਬਣਾਉਣ ਲੱਗੇ ਹੋ ਹੁਣ, ਇਹ ਬਰਨਾਲੇ ਜ਼ਿਲ੍ਹੇ ਤੱਕ ਹੀ ਸੀਮਿਤ ਹੋਊ ਜਾਂ ਇਹਦਾ ਦਾਇਰਾ ਵਿਸ਼ਾਲ ਹੋਊਗਾ? ਦੇਖੋ, ਦਾਇਰਾ ਤਾਂ
ਕਿੱਦਾਂ ਵੀ ਹੋ ਸਕਦਾ, ਇਹ ਤਾਂ ਡਿਪੈਂਡ ਕਰਦਾ ਇਹਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ। ਪਰੰਤੂ ਮੈਂ ਤਾਂ ਆਪਦੇ ਘਰ ਤੋਂ ਹੀ ਚੱਲੂੰਗਾ, ਪਹਿਲਾਂ ਬਰਨਾਲੇ ਤੋਂ ਹੀ ਚੱਲੂੰਗਾ। ਲੇਕਿਨ ਫਿਰ ਇਹ ਜਿੱਦਾਂ ਵੀ ਹੋ ਜਾਏਗਾ ਉਹ ਲੋਕ ਹਿੱਤ ਵਾਸਤੇ ਹੋਵੇਗਾ ਤੇ ਮੇਰੀ ਹਉਮੈ ਨੂੰ ਮਤਲਬ ਪੱਠੇ ਪਾਉਣ ਵਾਲੀ ਗੱਲ ਕਹਿ ਕਾਫਲਾ ਲਓ, ਬਣੂ। ਬਿਲਕੁਲ ਬਣੇਗਾ ਜੀ, ਬਣ ਵੀ ਰਿਹਾ। ਅੱਡੋ ਅੱਡੀ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਬਹੁਤ ਲੋਕ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਜੀ। ਸੋ ਇਹ ਵੱਖਰੀ ਗੱਲ ਕਿ ਉਹ ਥੋੜ੍ਹਾ ਜਿਹਾ ਗੁਪਤ ਰਹਿ ਕੇ ਕੰਮ ਕਰ ਰਹੇ ਨੇ, ਚੁੱਪਚਾਪ ਰਹਿ ਕੇ ਕੰਮ ਕਰ ਰਹੇ ਨੇ। ਸੋ ਮੇਰਾ ਇਹ ਸੁਨੇਹਾ ਹੋਗਾ ਵੀ ਚੁੱਪਚਾਪ ਰਹਿਣ ਦੀ ਲੋੜ ਨਹੀਂ, ਉਹ ਸਮਾਂ ਲੰਘ ਚੁੱਕਾ ਜਿਹੜਾ ਚੁੱਪਚਾਪ ਵਾਲਾ। ਸਰਗਰਮ ਹੋ ਕੇ ਆਪਾਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅੱਛੇ ਲੋਕਾਂ ਨੂੰ ਆਪਾਂ ਅੱਗੇ ਲੈ ਕੇ ਆਈਏ। ਮੈਂ ਉਹੋ ਜਿਹੇ ਲੋਕਾਂ ਦੀ ਮਦਦ ਕਰੂੰਗਾ। ਜਿਹੜਾ ਹੁਣ ਜਿਸ ਤਰ੍ਹਾਂ ਦਾ ਰਾਜਨੀਤਿਕ ਮਾਹੌਲ ਬਣਿਆ ਪੰਜਾਬ ਦੇ ਵਿੱਚ ਵੀ ਲੋਕ ਸਾਰੀਆਂ ਹੀ ਤਕਰੀਬਨ ਰਾਜਨੀਤਿਕ ਪਾਰਟੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਣ ਲੱਗ ਗਏ ਨੇਗੇ, ਕੀ ਉਹਦਾ ਤਾਂ ਨਹੀਂ ਕੋਈ ਅਸਰ ਹੋਇਆ ਤੁਹਾਡੇ ਤੇ? ਨਹੀਂ, ਇਹ ਅਸਰ ਤਾਂ ਮੇਰੇ ਤੇ ਸ਼ੁਰੂ ਤੋਂ ਹੀ ਆ। ਜਦੋਂ ਤੁਸੀਂ ਸੁਰਤ ਸੰਭਲੀ ਆ, ਜਿਹੋ ਜਿਹਾ ਸਿਸਟਮ ਆਪਾਂ ਦੇਖਦੇ ਆ। ਮੈਂ ਮਹਾਭਾਰਤ ਪੜ੍ਹੀ, ਉਹਦੇ ਵਿੱਚ ਬੜਾ ਕਲੀਅਰ ਕੱਟ ਹੈ ਨਾ, ਚਾਣਕਿਆ ਨੇ ਲਿਖਿਆ ਵੀ ਜਿਹੜੀ ਰਾਜਨੀਤੀ ਤਰੱਕੀ ਹੈ ਇਹ ਛਲ ਕਪਟ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਤੇ ਹੁਣ ਛਲ ਕਪਟ ਦੀ ਤੁਸੀਂ ਪੰਜਾਬੀ ਬਣਾ ਕੇ ਦੇਖਿਓ, ਉਹ ਕਿੰਨਾ ਮਾੜਾ ਲਫ਼ਜ਼ ਤੇ ਸ਼ਬਦ ਹੈ। ਸੋ ਇਸ ਲਈ ਸਮਝ ਤਾਂ ਇਸ ਗੱਲ ਦੀ ਸੀਗੀ। ਇਸ ਰਾਜਨੀਤੀ ਦੇ ਵਿੱਚੋਂ ਤੁਸੀਂ ਸੱਤਾ ਸੁੱਖ ਵੀ ਮਾਣਿਆ, ਚੇਅਰਮੈਨ ਰਹੇ, MC ਰਹੇ, ਟਰੱਕ ਯੂਨੀਅਨ ਦੇ ਪ੍ਰਧਾਨ ਰਹੇ, ਉਹ ਵੀ ਤੇ ਰਾਜਨੀਤੀ ਦੇ ਵਿੱਚੋਂ ਫਲ ਵੀ ਤੇ ਖਾਧਾ ਤੁਸੀਂ, ਅੱਜ ਉਹਨੂੰ ਮਾੜੀ ਕਹਿ ਰਹੇ ਹੋ। ਨਹੀਂ, ਮੈਂ ਉਹਦਾ ਫਲ ਨਹੀਂ ਖਾਧਾ ਜੀ, ਮੈਂ ਤਾਂ ਉਹਦੇ ਫਲ ਖੁਆਏ ਨੇ। ਮਤਲਬ ਮੈਂ 2 ਟਰਮ 2 ਸਰਕਾਰਾਂ ਦੇ ਵਿੱਚ ਮੈਂ ਚੇਅਰਮੈਨ ਰਿਹਾ, ਮੈਂ 10 ਸਾਲ ਟਰੱਕ ਯੂਨੀਅਨ ਦਾ ਪ੍ਰੈਜ਼ੀਡੈਂਟ ਰਿਹਾ। ਲੇਕਿਨ ਅੱਜ ਵੀ ਜਿਹੜੇ ਟਰੱਕ ਆਪਰੇਟਰ ਨੇ, ਹੁਣ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਉਹ ਮੈਨੂੰ ਕਿਵੇਂ ਸਮਝਦੇ ਨੇ। ਤੁਸੀਂ ਮੇਰੇ ਨਾਲ ਚੱਲ ਕੇ ਤਾਂ ਦੇਖੋ, ਉਹਨਾਂ ਦੇ ਵਿੱਚ ਇੱਕ ਵਾਰੀ ਇਲੈਕਸ਼ਨ ਹੋਈ ਭਦੌੜ ਦੀ 1999 ਦੇ ਵਿੱਚ 600 ਟਰੱਕ ਆਪਰੇਟਰ ਸੀ ਤੇ ਦੂਜੇ ਪਾਸੇ ਵੀ ਬੜੇ ਫੰਨੇ ਖਾਂ ਸੀ। ਮੈਨੂੰ 594 ਵੋਟਾਂ ਪਈਆਂ, ਦੂਸਰੇ ਬੰਦੇ ਨੂੰ 6 ਵੋਟਾਂ ਪਈਆਂ। ਤੇ ਜੇ ਮੈਂ ਕੋਈ ਇਦਾਂ ਦਾ ਆਨੰਦ ਮਾਣਨ ਵਾਲਾ ਹੁੰਦਾ ਤੇ 600 ਦੇ ਵਿੱਚੋਂ ਟਰੱਕ ਆਪਰੇਟਰ 594 ਸੌਖੀ ਗੱਲ ਨਹੀਂ। ਗੱਲ ਤਾਂ ਉੱਥੇ ਆ ਗਈ ਨਾ, ਜੇ ਤੁਸੀਂ ਚੰਗੇ ਬੰਦੇ ਸੀ, ਉਹਨਾਂ ਨੇ ਤੁਹਾਨੂੰ ਚੁਣਿਆ ਤੁਹਾਨੂੰ ਤਾਂ ਜੇ ਤੁਸੀਂ ਰਾਜਨੀਤੀ 'ਚ ਸੀਗੇ, ਉਹਨਾਂ ਦਾ ਕੋਈ ਭਲਾ ਤੁਸੀਂ ਤਾਂ ਹੀ ਕਰ ਸਕੇ ਨਾ ਜੇ ਤੁਸੀਂ ਰਾਜਨੀਤੀ 'ਚ ਸੀ। ਨਾ, ਉਦੋਂ ਰਾਜਨੀਤੀ 'ਚ ਮੈਂ ਹੈ ਹੀ ਨਹੀਂ ਸੀ। 1999 'ਚ ਮੇਰੀ ਕਿਹੜੀ ਰਾਜਨੀਤੀ ਸੀ? ਚੋਣ ਤਾਂ ਰਾਜਨੀਤੀ ਹੈ ਨਾ ਜੀ। ਨਹੀਂ ਸਰ, ਮਤਲਬ ਇਹ ਤਾਂ ਮਤਲਬ ਨਹੀਂ ਹੈ ਕਿਸੇ ਪਾਰਟੀ 'ਚ ਰਹਿਣਾ ਕੋਈ ਰਾਜਨੀਤੀ ਨਹੀਂ। ਜੋ ਤੁਸੀਂ ਚੋਣ ਲੜ ਲਈ ਤਾਂ ਰਾਜਨੀਤੀ 'ਚ ਆ ਹੀ ਗਏ ਨਾ। ਵੈਰੀ ਗੁੱਡ, ਤੁਹਾਡਾ ਇਹ ਵੀ ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰੰਤੂ ਫਿਰ ਉਹ ਗੁਨਾਹ ਵੀ ਕੋਈ ਨਹੀਂ ਜੀ, ਪਰੰਤੂ ਉਸ ਤਰ੍ਹਾਂ ਦਾ ਗੁਨਾਹ ਵੀ ਕੋਈ ਨਹੀਂ। ਹੁਣ ਮੰਨ ਲਓ ਜੇ ਇਹ ਇਕੱਲੀ ਛੋਟੀ ਗੱਲ ਹੀ ਕਰੋ, ਟਰੱਕ ਯੂਨੀਅਨ ਭਦੌੜ ਮੈਂ ਬਣਾਈ ਮੇਰੇ ਪ੍ਰਧਾਨ ਹੁੰਦੇ ਹੋਏ, ਤੇ ਉਹ ਪੰਜਾਬ ਹੀ ਨਹੀਂ, ਮੈਂ ਕਹਿ ਸਕਦਾ ਵੀ ਹਿੰਦੁਸਤਾਨ ਦੇ ਵਿੱਚ ਨੰਬਰ 1 ਦੀ ਯੂਨੀਅਨ ਆ। ਉਹਨਾਂ ਵੇਲਿਆਂ ਦੇ ਵਿੱਚ ਉਹਤੇ 2.5 ਕਰੋੜ ਰੁਪਇਆ ਲੱਗਿਆ। ਉਹ 2.5 ਕਰੋੜ ਰੁਪਇਆ ਮੈਂ ਆਪਣੇ ਘਰੇ ਵੀ ਲਿਆ ਸਕਦਾ ਸੀ, ਪਰ ਉਹ ਲੋਕਾਂ ਦੇ ਪੈਸੇ ਸੀ, ਮੈਂ ਉੱਥੇ ਲੋਕਾਂ ਦੀ ਲਾ ਕੇ ਆਇਆ। ਟਰੱਕ ਯੂਨੀਅਨ ਲਈ 2.5 ਏਕੜ ਜ਼ਮੀਨ ਲਈ, ਉਹਦੇ ਵਿੱਚ ਐਡਾ ਵੱਡਾ ਉਹਨਾਂ ਦਾ ਦਫ਼ਤਰ ਬਣਾਇਆ, ਕੰਪਲੈਕਸ, ਜਿਹਦੇ ਵਿੱਚ ਸਵੀਮਿੰਗ ਪੂਲ ਦੀ ਸੁਵਿਧਾ, ਡਰਾਈਵਰਾਂ ਦੇ ਆਰਾਮ ਕਰਨ ਦੀ ਸੁਵਿਧਾ, ਐਡੀਟੋਰੀਅਮ ਟਾਈਪ, ਮਤਲਬ ਬੈਠ ਕੇ ਲੋਕ ਉੱਥੇ ਆਪਣਾ ਪੁਕਾਰ ਸੁਣਦੇ ਨੇ, ਤੇ 600 ਟਰੱਕ ਦੀ ਪਾਰਕਿੰਗ ਹੈ। ਮਤਲਬ ਇੰਨਾ ਵੱਡਾ ਉਹ ਕੰਮ ਸੀ, ਜਿਹੜੇ ਉਹ ਸਾਰੇ ਪੈਸੇ ਨੇ ਜਿਹੜੇ ਉਹ ਪ੍ਰਧਾਨ ਖਾ ਸਕਦਾ ਸੀ ਤੇ ਮੈਂ ਵੀ ਖਾ ਸਕਦਾ ਸੀ। ਮੇਰਾ ਸਵਾਲ ਵੀ ਤੇ ਇਹੀ ਆ ਨਾ ਜੀ, ਵੀ ਜੇ ਤੁਸੀਂ ਉੱਥੇ ਗਏ, ਰਾਜਨੀਤੀ 'ਚ ਆਏ, ਉਹ ਚੋਣ ਲੜੀ, ਉੱਥੇ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ, ਫੇਰ ਹੀ ਇੰਨਾ ਕੁਝ ਬਣਿਆ। ਜੇ ਤੁਸੀਂ ਹੁਣ ਕਿਨਾਰਾ ਕਰਕੇ ਬੈਠ ਜਾਓਗੇ ਤਾਂ ਮਤਲਬ ਇਸ ਤਰ੍ਹਾਂ ਦੇ ਸੁਧਾਰ ਕਿਵੇਂ ਹੋਣਗੇ ਜਿਹੜੇ ਤੁਸੀਂ ਕੀਤੇ ਆ? ਮੈਂ ਕਿਨਾਰਾ ਸੰਧੂ ਸਾਹਿਬ ਨਹੀਂ ਕਰ ਰਿਹਾ ਜੀ, ਮੈਂ ਕਿਨਾਰਾ ਨਹੀਂ ਕਰ ਰਿਹਾ। ਮੈਂ ਉਦੋਂ ਵੀ ਜੋ ਟਰੱਕ ਯੂਨੀਅਨ ਦੀ ਇਲੈਕਸ਼ਨ ਸੀ, ਮਿਊਨਿਸਪੈਲਿਟੀ ਦੀ ਇਲੈਕਸ਼ਨ ਸੀ, ਲੇਕਿਨ ਮੈਂ ਆਜ਼ਾਦ ਸੀ, ਮੈਂ ਆਜ਼ਾਦ ਲੜਿਆ ਉਦੋਂ, ਉਹ ਸਾਰੀਆਂ ਇਲੈਕਸ਼ਨਾਂ ਕਹਿ ਲਓ। ਲੇਕਿਨ ਰਾਜਨੀਤੀ ਇੱਕ ਹੋਰ ਚੀਜ਼ ਹੈ, ਰਾਜਨੀਤਿਕ ਸਰਗਰਮ ਇੱਕ ਹੋਰ ਚੀਜ਼ ਹੈ। ਲੇਕਿਨ ਸਰਗਰਮ ਹੋਣਾ ਕੋਈ ਮਾੜਾ ਨਹੀਂ ਸੋਸਾਇਟੀ ਦੇ ਵਿੱਚ। ਉਹਨੂੰ ਵੱਖਰੀ ਗੱਲ ਵੀ ਕੋਈ ਉਹਨੂੰ ਰਾਜਨੀਤੀ ਨਾਲ ਜੋੜ ਲੇ, ਕੋਈ ਉਹਨੂੰ ਸੋਸ਼ਲਿਜ਼ਮ ਨਾਲ ਜੋੜ ਲੇ, ਕੋਈ ਉਹਨੂੰ ਸੁਭਾਅ ਨਾਲ ਜੋੜ ਲੇ। ਇਹ ਤਾਂ ਅਲੱਗ-ਅਲੱਗ ਤੱਕਣੀ ਆ ਨਾ, ਮੂਹਰਲੇ ਤੱਕਣ ਵਾਲੇ ਬੰਦੇ ਦਾ ਨਜ਼ਰੀਆ ਹੈ। ਹੁਣ ਜਿਹੜੀ ਤੁਸੀਂ ਪਾਰਟੀ ਨਾਲ ਮਤਲਬ ਇਸ ਵੇਲੇ ਪ੍ਰੈਜ਼ੈਂਟ ਕੰਮ ਕਰ ਰਹੇ ਸੀਗੇ ਕਾਂਗਰਸ ਨਾਲ, ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਵਿੱਚ, ਸਰਕਾਰ ਹੁੰਦਿਆਂ ਤਾਂ ਬਹੁਤ ਕੁਝ ਕੀਤਾ ਜਾ ਸਕਦਾ। ਲੋਕ ਤਾਂ ਚਾਹੁੰਦੇ ਨੇ ਵੀ ਸਰਕਾਰ ਵਾਲੇ ਪਾਸੇ ਜਾਈਏ, ਲੋਕ ਤਾਂ ਤੁਸੀਂ ਉਹ ਸਰਕਾਰ ਵਾਲੇ ਪੱਖ 'ਚੋਂ ਬਾਹਰ ਆ ਰਹੇ ਹੋ। ਨਹੀਂ, ਪਾਰਲੀਮੈਂਟ ਦੀ ਇਲੈਕਸ਼ਨ ਸੀ ਪਿਛਲੇ ਸਮੇਂ ਦੇ ਵਿੱਚ 2019 ਦੀ, ਮਾਨਯੋਗ ਸਰਦਾਰ ਕੇਵਲ ਸਿੰਘ ਢਿੱਲੋਂ ਉਹਦੇ 'ਚ ਇਲੈਕਸ਼ਨ ਲੜਦੇ ਸੀ। ਮੇਰਾ ਉਹਨਾਂ ਨਾਲ ਪਿਆਰ ਹੈ, ਮਤਲਬ ਉਹਨਾਂ ਦੀ ਮੈਂ ਮਦਦ ਕੀਤੀ ਜਿੰਨੀ ਕਿ ਮੈਥੋਂ ਹੋ ਸਕੀ, ਪਰ ਅਫਸੋਸ ਵੀ ਉਹ ਵਿਚਾਰੇ ਹਾਰ ਗਏ। ਲੇਕਿਨ ਉਹੋ ਜਿਹੇ ਬੰਦੇ ਅੱਗੇ ਆਉਣੇ ਚਾਹੀਦੇ ਸੀ, ਉਹੋ ਜਿਹੇ ਲੋਕ ਜਿੱਤਣੇ ਚਾਹੀਦੇ ਸੀ। ਮੈਂ ਕੇਵਲ ਸਿੰਘ ਢਿੱਲੋਂ ਨਾਲ ਸੀਗਾ, ਇਸ ਕਰਕੇ ਮੈਂ ਕਾਂਗਰਸ ਦੇ ਵਿੱਚ ਸੀਗਾ। ਲੇਕਿਨ ਕੇਵਲ ਸਿੰਘ ਢਿੱਲੋਂ ਨਾਲ ਮੈਂ ਅੱਜ ਵੀ ਹਾਂ, ਪਰੰਤੂ ਮੈਂ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ। ਜਿਹੜੀ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਗੱਲ ਕਰ ਚੁੱਕਿਆ ਵੀ ਵੱਡੀ ਤੋਂ ਵੱਡੀ ਰਾਜਨੀਤਿਕ ਪਾਰਟੀ ਦੇ ਵਿੱਚ 18% ਲੋਕ ਨੇ ਜਿਹੜੇ ਇੱਕ ਪਾਰਟੀ ਨੂੰ, ਮਤਲਬ ਜਿਹੜੇ ਸਰਗਰਮ ਲੋਕ ਨੇ, ਬਿਲੋਂਗ ਕਰਦੇ ਨੇ। 82% ਲੋਕ ਅਦਰਵਾਈਜ਼ ਕਿਸੇ ਹੋਰ ਪਾਰਟੀ ਨਾਲ ਇੰਡੀਪੈਂਡੈਂਟ ਇੱਦਾਂ।
ਹੁਣ ਤੁਸੀਂ ਇੱਕ ਪਾਰਟੀ ਦੇ ਵਿੱਚ ਰਹਿ ਕੇ ਉਹ 18% ਤੱਕ ਸੀਮਤ ਰਹਿ ਜਾਂਦੇ ਹੋ ਜੀ। ਤੇ ਉਹ 18% ਤੱਕ ਸੀਮਤ ਰਹਿ ਜਾਂਦੇ ਹੋ ਜੀ। ਤੇ ਉਹ 82% ਬੰਦੇ ਵਿਚਾਰੇ ਬਿਨਾਂ ਗੱਲ ਤੋਂ ਤੁਹਾਡੇ ਨਾਲ ਨਾਰਾਜ਼ ਨਿਰਾਸ਼ ਘਿਰਨਾ, ਤੇ ਉਹ ਮੇਰੇ ਵਰਗੇ ਬੰਦੇ ਨੂੰ ਚੱਲਣੀ ਬਹੁਤ ਔਖੀ ਹੈ। ਕਸੂਰ ਕੋਈ ਹੁੰਦਾ ਨਹੀਂ, ਵਿਰੋਧੀ ਪਾਰਟੀ ਦਾ ਬੰਦਾ ਆਗੂ ਵੱਜਦਾ, ਸੋ ਮੈਂ ਵਿਰੋਧੀ ਪਾਰਟੀ ਦਾ ਆਗੂ ਨਹੀਂ ਵੱਜਣਾ ਚਾਹੁੰਦਾ। ਚਾਹੇ ਹੁਣ ਇੱਕ ਸਵਾਲ ਹੋਰ ਖੜਾ ਹੁੰਦਾ ਨਾ, ਹੁਣ ਤੁਹਾਡੇ ਨਾਲ ਮਤਲਬ ਵੱਡੀ ਪੱਧਰ ਤੇ ਲੋਕ ਜੁੜੇ ਹੋਏ ਨੇ ਇਸ ਇਲਾਕੇ ਦੇ ਵਿੱਚੋਂ, ਜੇ ਇਹ ਵੀ ਕਹਿ ਲਈਏ ਵੀ ਜੇ ਇੱਥੋਂ ਦੇ ਰਾਜਨੀਤਿਕ ਲੋਕਾਂ ਦੇ ਵਿੱਚੋਂ ਪਾਰਟੀਆਂ ਨਾਲ ਲਾ ਲਈਏ, ਚਾਹੇ ਕਿਸੇ ਤਰ੍ਹਾਂ ਦਾ ਵੀ ਲਾ ਲਈਏ, ਬਰਨਾਲਾ ਡਿਸਟ੍ਰਿਕਟ ਦੇ ਲਾ ਲਈਏ, ਤਾਂ ਜਿੰਨੇ ਲੋਕ ਤੁਹਾਡੇ ਨਾਲ ਜੁੜੇ ਆ ਸ਼ਾਇਦ ਅਦਰ ਕਿਸੇ ਹੋਰ ਲੀਡਰ ਨਾਲ ਉਹਨੇ ਲੋਕ ਨਹੀਂ ਜੁੜੇ ਹੋਏ ਹੈਗੇ। ਫਿਰ ਜਦੋਂ ਤੁਸੀਂ ਇਸ ਤਰ੍ਹਾਂ ਰਾਜਨੀਤੀ ਤੋਂ ਪਾਸੇ ਹੋ ਜਾਓਗੇ, ਇਹਨਾਂ ਨੂੰ ਛੱਡ ਦਿਓਗੇ ਸਾਰੀਆਂ ਪਾਰਟੀਆਂ ਨੂੰ, ਉਹ ਲੋਕ ਆ ਜਿਹੜੇ ਤੁਹਾਡੇ ਨਾਲ ਜੁੜੇ ਹੋਏ, ਉਹਨਾਂ ਦੀਆਂ ਇਛਾਵਾਂ ਕਿਵੇਂ ਪੂਰੀਆਂ ਕਰੋਗੇ? ਕਿਉਂਕਿ ਜਿਹੜੇ ਲੋਕਾਂ ਦੇ ਕੰਮ ਆ ਸਰਕਾਰੀ ਦਰਬਾਰੇ ਚੱਲਦੇ ਨੇਗੇ, ਉਹ ਤਾਕਤ ਨਾਲ ਤਾਂ ਵੱਧ ਕਰਾ ਸਕਦੇ ਸੀ ਤੁਸੀਂ। ਕਾਂਗਰਸ ਪਾਰਟੀ ਦੀ ਹੁਣ ਸਰਕਾਰ ਆ, ਹੁਣ ਸਕਾ ਵੱਧ ਕੰਮ ਹੋ ਸਕਦੇ ਸੀ। ਨਹੀਂ, ਇਹ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਅਕਸਰ ਇਹ ਲੋਕ ਤਾਂ ਉਦੋਂ ਦੇ ਜੁੜੇ ਹੋਏ ਨੇ ਜਦੋਂ ਮੈਂ ਕਿਸੇ ਰਾਜਨੀਤਿਕ ਪਾਰਟੀ 'ਚ ਨਹੀਂ ਸੀ, ਉਦੋਂ ਪਹਿਲਾਂ ਦੇ ਮੇਰੇ ਨਾਲ ਇਹ ਲੋਕ ਜੁੜੇ ਹੋਏ ਨੇ। ਈਵਨ ਇਹ ਕਾਫਲਾ ਜਿਹੜਾ ਹੁਣ ਤੱਕ ਇਹ ਵੱਧਦਾ ਹੀ ਜਾ ਰਿਹਾ, ਅੱਜ ਵੀ ਅੱਗੇ ਨਾਲੋਂ ਇਹ ਵਧਿਆ। ਤੇ ਜ਼ਰੂਰੀ ਨਹੀਂ ਵੀ ਜਿਹੜੇ ਕੰਮ ਨੇ ਉਹ ਕਿਸੇ ਰਾਜਨੀਤਿਕ ਪਾਰਟੀ ਕਰਕੇ ਜਾਂ ਸੱਤਾ ਕਰਕੇ ਹੁੰਦੇ ਨੇ, ਲੇਕਿਨ ਕੰਮ ਜਾਇਜ਼ ਹੋਣਾ ਚਾਹੀਦਾ, ਰੁਕਦਾ ਨਹੀਂ ਹੁੰਦਾ। ਜਦੋਂ ਕੰਮ ਨਜਾਇਜ਼ ਹੁੰਦੇ ਨੇ ਨਾ, ਉਹ ਰੁਕਦੇ ਨੇ, ਤੇ ਉਦੋਂ ਰਾਜਨੀਤਿਕ ਲੋੜ ਪੈਂਦੀ ਹੈ। ਨਜਾਇਜ਼ ਕੰਮਾਂ ਦੀ ਮਦਦ ਲਈ ਰਾਜਨੀਤਿਕ ਲੋੜ ਪੈਂਦੀ ਹੈ। ਜਿਹੜੇ ਜਾਇਜ਼ ਕੰਮ ਨੇ, ਅੱਜ ਤਾਂ ਜਿਹੜੀ ਅਫਸਰਸ਼ਾਹੀ ਹੈ ਖੁਦ ਇੰਨੀ ਮਤਲਬ ਕਹਿ ਲਓ ਵੀ ਸੁਚੇਤ ਹੈ, ਉਹ ਠੀਕ ਕੰਮ ਨੂੰ ਤਾਂ ਰੋਕਦੀ ਹੀ ਨਹੀਂ। ਕੰਮ ਕਦੇ ਨਹੀਂ ਰੁਕਦਾ, ਲੇਕਿਨ ਉਹਨੂੰ ਪ੍ਰੈਜੈਂਟ ਕਰਨਾ ਹੈ ਨਾ, ਉਹਨੂੰ ਆਪਣੇ ਢੰਗ ਨਾਲ ਪੇਸ਼ ਕਰਨਾ, ਸੱਚਾਈ ਸਾਹਮਣੇ ਲੈ ਕੇ ਆਉਣੀ, ਇਹ ਤਾਂ ਮੁਸ਼ਕਲ ਹੋ ਸਕਦਾ। ਪਰ ਜਦੋਂ ਤੁਸੀਂ ਸੱਚ ਸਾਹਮਣੇ ਲਿਆਓ, ਨਾ ਕੋਈ ਪ੍ਰਸ਼ਾਸਨ ਨਾ ਕੋਈ ਅਦਾਲਤ ਕਦੇ ਉਹਦੇ 'ਚ ਦੇਰੀ ਨਹੀਂ ਕਰਦੀ, ਅਤੇ ਉਹਦੇ 'ਚ ਬੇਇਨਸਾਫੀ ਵੀ ਨਹੀਂ ਹੁੰਦੀ। ਜੀ ਜੀ, ਇਹਦਾ ਮਤਲਬ ਇਹ ਕੱਢਿਆ ਜਾ ਸਕਦਾ ਵੀ ਤੁਸੀਂ ਰਾਜਨੀਤਿਕ ਪਾਰਟੀਆਂ ਛੱਡਤੀਆਂ, ਅਦਰਵਾਈਜ਼ ਤੁਸੀਂ ਆਜ਼ਾਦ ਤੌਰ 'ਤੇ ਜਿਹੜਾ ਹੈ ਆਪਣੀ ਰਾਜਨੀਤੀ ਦੇ ਵਿੱਚ ਵਿਚਰਦੇ ਰਹੋਗੇ। ਹਾਂ ਬਿਲਕੁਲ, ਵਿਚਰਦਾ ਰਹੂੰਗਾ, ਅੱਗੇ ਨੂੰ ਵੱਧ ਵਿਚਰੂੰਗਾ ਜੀ। ਬਲਕਿ ਤਾਂ ਜੂੜ ਪੈਂਦਾ ਸੀ ਕਿਤੇ ਕਿਤੇ ਵੀ ਤੁਸੀਂ ਉੱਥੇ ਜਾਣਾ ਨਹੀਂ, ਇੱਥੇ ਜਾਣਾ ਨਹੀਂ। ਹੁਣ ਉਦਾਹਰਨ ਦੇ ਤੌਰ 'ਤੇ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਆ ਜੀ, ਬਰਨਾਲੇ ਵਿੱਚ ਹੀ 31 ਵਾਰਡ ਨੇ, ਹੈ ਨਾ ਜੀ, ਤੇ ਉਹ ਆਪਾਂ ਸੀਮਿਤ ਹੋ ਜਾਣਾ ਸੀ ਜੀ, ਵੀ ਇੱਥੇ ਤੁਸੀਂ ਇਹਦੀ ਮਦਦ ਕਰੋ, ਇੱਥੇ ਇਹਦੀ ਕਰੋ। ਹੁਣ ਜਿਹੜੇ ਅੱਛੇ ਬੰਦੇ ਨੇ ਉਹਨਾਂ ਦੀ ਮਦਦ ਕਰਾਂਗੇ, ਚਾਹੇ ਉਹ ਕਿਸੇ ਵੀ ਪਾਰਟੀ 'ਚ, ਚਾਹੇ ਉਹ ਆਜ਼ਾਦ ਬੰਦਾ। ਅੱਗੇ ਨੂੰ ਦਾਇਰਾ ਵਿਸ਼ਾਲ ਹੋਇਆ ਜੀ, ਅੱਗੇ ਇਹਨਾਂ ਨੂੰ ਮਤਲਬ ਇੰਡੀਪੈਂਡੈਂਟ ਬੰਦੇ ਦਾ ਜਿਹੜਾ ਦਾਇਰਾ ਉਹ ਵਿਸ਼ਾਲ ਹੁੰਦਾ ਰਾਜਨੀਤੀ ਨਾਲੋਂ। ਜੀ ਜੀ, ਇਸੇ ਤਰ੍ਹਾਂ ਹੀ ਵਿਚਰਦੇ ਹੋਏ ਫਿਰ ਅੱਗੇ ਰਾਜਨੀਤੀ ਦੇ ਵਿੱਚ ਅੱਗੇ ਵਧਣ ਦੀ ਕੋਈ ਖਾਸ ਹੈ ਹੁਣ? ਨਹੀਂ, ਖਾਸ ਕਿਸ ਤਰ੍ਹਾਂ ਦਾ ਅੱਗੇ ਵਧਣਾ ਸਮਝਦੇ ਹੋ ਤੁਸੀਂ ਖੁਦ ਮਤਲਬ ਕਿਸੇ ਚੋਣ ਲੜੋਗੇ, ਜਾਂ ਖੁਦ ਤੁਸੀਂ ਕਿਸੇ ਪਾਸੇ ਮਤਲਬ ਆਜ਼ਾਦ ਤੌਰ 'ਤੇ ਲਾ ਲਈਏ, ਜਾਂ ਤੁਸੀਂ ਕੋਈ ਚੋਣ ਲੜੋਗੇ, ਜਾਂ ਅੱਗੇ ਮਤਲਬ ਅੱਗੇ ਵਧਣਾ? ਮੇਰਾ ਮਤਲਬ ਇਹੀ ਹੈ ਵੀ ਜਿਹੜਾ ਤੁਸੀਂ ਪਹਿਲਾਂ ਵੀ ਸਾਨੂੰ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਇੱਕ ਡੰਡੇ 'ਤੇ ਚਲੇ ਗਏ, ਇੱਕ ਪੌੜੀ 'ਤੇ ਦੂਸਰਾ ਮੈਨੂੰ ਨਹੀਂ ਚੜ੍ਹਿਆ ਗਿਆ, ਉਹ ਹੋ ਸਕਦਾ ਵੀ ਉਹ ਰਾਜਨੀਤਿਕ ਪਾਰਟੀਆਂ ਦੇ ਵਿੱਚ, ਕਿਉਂਕਿ ਉੱਥੇ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਢਾਂਚੇ ਹੀ ਇਹੋ ਜਿਹੇ ਹੁੰਦੇ ਆ ਵੀ ਉੱਥੇ ਨਾ, ਕਿਉਂਕਿ ਇੱਕ ਦੂਸਰੇ ਦੀਆਂ ਲੱਤਾਂ ਵੀ ਖਿੱਚੀਆਂ ਜਾਂਦੀਆਂ, ਉੱਥੇ ਬਹੁਤ ਕੁਝ ਹੈ ਰਾਜਨੀਤਿਕ ਪਾਰਟੀਆਂ ਦੇ ਵਿੱਚ। ਜਦੋਂ ਤੁਸੀਂ ਆਜ਼ਾਦ ਤੌਰ 'ਤੇ ਆ ਗਏ, ਉਹ ਜਿਹੜੇ ਡੰਡੇ ਤੋਂ ਤੁਸੀਂ ਥੱਲੇ ਉਤਰੇ ਹੋ ਹੁਣ, ਕੀ ਉਹ ਉਸ ਪਾਸੇ ਦੁਬਾਰੇ ਚੜ੍ਹਨ ਦੀ ਕੋਈ ਮਤਲਬ ਪਲੈਨਿੰਗ ਹੈ? ਸੰਧੂ ਸਾਹਿਬ, ਵੈਸੇ ਤਾਂ ਇਹ ਸਾਰਾ ਕੁਝ ਹੀ ਇਹ ਸਮੀਕਰਨ ਬਣਦੇ ਨੇ ਜੀ। ਜਾਤੀ ਬਜਾਤੀ ਇੰਡੀਵਿਜੂਅਲ ਤੌਰ ਤੇ ਇਹ ਫੈਸਲੇ ਕੋਈ ਨਹੀਂ ਹੁੰਦੇ। ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ, ਬੰਦਾ ਨਾ ਚਾਹੁੰਦੇ ਹੋਏ ਵੀ ਬੰਦੇ ਨੂੰ ਉੱਧਰ ਜਾਣਾ ਪੈਂਦਾ, ਤੇ ਕਈ ਵਾਰੀ ਬੰਦਾ ਚਾਹੁੰਦਾ ਨਹੀਂ ਹੁੰਦਾ ਫਿਰ ਵੀ ਜਾਣਾ ਪੈਂਦਾ, ਤੇ ਜਾਂ ਚਾਹੁੰਦਾ ਹੁੰਦਾ ਬੰਦਾ ਜਾਇਆ ਨਹੀਂ ਜਾਂਦਾ। ਇਹ ਸਮੀਕਰਨ ਤੇ ਡਿਪੈਂਡ ਕਰਦਾ ਕੀ ਹੋਏਗਾ। ਆਉਣ ਵਾਲੇ ਹਾਲਾਤ ਦੱਸਣਗੇ ਵੀ ਕਿਹੜੇ ਪਾਸੇ ਨੂੰ ਕਿਸੇ ਨੂੰ ਕੋਈ ਲੈ ਕੇ ਜਾਂਦਾ। ਲੇਕਿਨ ਜਿਹੜੀ ਕੋਈ ਰਾਜਨੀਤੀ 'ਚ ਮੈਂ ਸਰਗਰਮ ਰਹੂੰਗਾ, ਕਿਉਂਕਿ ਇਹਦੇ ਵਿੱਚ ਸਰਗਰਮ ਰਹੇ ਬਿਨਾਂ ਜਿਹੜੇ ਕੋਈ ਸੱਜਣ ਮਿੱਤਰ ਨੇ, ਹਨਾ, ਤੇ ਉਹਨਾਂ ਦੀ ਬੰਦਾ ਮਦਦ ਨਹੀਂ ਕਰ ਸਕਦਾ। ਲੇਕਿਨ ਉਹ ਮੇਰਾ ਨਸ਼ਾ ਹੈ, ਉਹ ਤਾਂ ਮੈਂ ਕਰਦਾ ਰਹੂੰਗਾ। ਬਲਕਿ ਇੰਡੀਪੈਂਡੈਂਟ ਬੰਦਾ ਜ਼ਿਆਦਾ ਮਦਦ ਕਰ ਸਕਦਾ, ਵੱਧ ਲੋਕਾਂ ਦੀ ਮਦਦ ਕਰ ਸਕਦਾ। ਇਹਨਾਂ ਫਿਰ ਰਾਜਨੀਤਿਕ ਪਾਰਟੀਆਂ ਨੂੰ ਸੁਨੇਹਾ ਦੇਣ ਦੇ ਲਈ ਵੀ ਕੋਈ ਤੁਸੀਂ ਆਪਣੇ ਤੌਰ 'ਤੇ ਕੋਈ ਇਕੱਠ ਜਾਂ ਆਪਣੀ ਹੋਂਦ ਆ ਜਿਹੜੀ, ਕਿਉਂਕਿ ਕਈ ਵਾਰ ਲੋਕਾਂ ਨੂੰ ਭਰਮ ਹੁੰਦਾ ਵੀ ਇਹ ਰਾਜਨੀਤਿਕ ਪਾਰਟੀ 'ਚ ਸੀ, ਅਦਰਵਾਈਜ਼ ਉਹ ਵੀ ਇਹਨਾਂ ਦੀ ਤਾਕਤ ਸੀਗੀ, ਜਿਹੜੇ ਤੁਹਾਡੇ ਮਤਲਬ ਜੁੜੇ ਹੋਏ ਲੋਕ ਨੇ, ਕੋਈ ਇਕੱਠ ਕਰਕੇ ਆਪਣੀ ਹੋਂਦ ਆ ਜਿਹੜੀ ਤੁਹਾਡੀ, ਉਹਦਾ ਪ੍ਰਗਟਾਵਾ ਕਰਨ ਦਾ ਅੱਗੇ ਕੋਈ ਪਲਾਨਿੰਗ ਰੱਖਿਆ? ਦੇਖੋ, ਪਹਿਲੀ ਗੱਲ ਤਾਂ ਜਿਹੜੀ ਮੇਰੀ ਹੋਂਦ ਆ ਜੀ, ਪੱਤਰਕਾਰ ਭਾਈਚਾਰਾ ਜਿਹੜਾ, ਇਦੋਂ ਸਿਆਣਾ ਕੋਈ ਨਹੀਂ ਹੁੰਦਾ, ਇਦੋਂ ਤਿੱਖੀ ਅੱਖ ਕਿਸੇ ਦੀ ਨਹੀਂ ਹੁੰਦੀ। ਇਹ ਤੁਸੀਂ ਖੁਦ ਬਾਰ-ਬਾਰ ਕਹਿੰਦੇ ਰਹਿੰਦੇ ਹੋ ਵੀ ਭੋਲਾ ਸਿੰਘ ਵਿਰਕ ਜਿਹੜੀ ਮਰਜ਼ੀ ਪਾਰਟੀ 'ਚ ਚਲਾ ਜਾਵੇ, ਜਦੋਂ ਮਰਜ਼ੀ ਪਾਰਟੀ ਛੱਡ ਦੇਵੇ, ਇਹਦਾ ਜਿਹੜਾ ਸਰਕਲ ਆ ਘਟਦਾ ਨਹੀਂ। ਸੋ ਦੂਜੀ ਗੱਲ ਜਿਹੜੀ ਹੋਂਦ ਬਚਾਉਣ ਵਾਲੀ ਗੱਲ, ਹੋਂਦ ਜਦੋਂ ਮਰੀ ਹੋਈ ਨਹੀਂ ਤੇ ਹੋਂਦ ਨੂੰ ਜਗਾਉਣਾ ਕਾਹਦੇ ਲਈ ਆ? ਪਹਿਲਾਂ ਹੀ ਹੋਂਦ ਆ ਜਿਹੜੀ ਜਾਗਦੀ ਆ, ਉਹ ਜਦੋਂ ਲੋਕ ਨਾਲ ਨੇ, ਉਹ ਹੋਂਦ ਦਾ ਹਿੱਸਾ ਨੇ, ਹੋਂਦ ਦੇ ਉਹ ਪਹਿਲੂ ਨੇ। ਤੇ ਕਦੇ ਵੀ ਮੈਂ ਉਹੋ ਜਿਹਾ ਦਾ ਕੋਈ ਕੰਮ ਹੀ ਨਹੀਂ ਕੀਤਾ ਜਿਹਦੇ ਨਾਲ ਲੋਕ ਮੇਰੇ ਤੋਂ ਪਿੱਛੇ ਹਟ ਜਾਣ।
ਹੈ ਨਾ। ਰਾਜਨੀਤਿਕ ਲੀਡਰ ਮੇਰੇ ਨਾਲੋਂ ਪਿੱਛੇ ਹਟ ਸਕਦੇ ਨੇ, ਮੈਂ ਰਾਜਨੀਤਿਕ ਲੋਕਾਂ ਨਾਲੋਂ ਪਿੱਛੇ ਹਟ ਸਕਦਾ, ਪਰੰਤੂ ਇਹ ਨਹੀਂ ਵੀ ਮੈਂ ਲੋਕਾਂ ਨਾਲੋਂ ਪਿੱਛੇ ਹਟ ਜਾਂ ਲੋਕ ਮੇਰੇ ਨਾਲੋਂ ਪਿੱਛੇ ਹਟ ਜਾਣ। ਨਹੀਂ, ਮੇਰਾ ਭਾਵ ਇਹੀ ਕਹਿਣ ਦਾ ਵੀ ਜਿਹੜੇ ਰਾਜਨੀਤਿਕ ਤੁਸੀਂ ਪਾਰਟੀਆਂ ਛੱਡ ਕੇ ਪਾਸੇ ਹੋ ਗਏ ਹੋ, ਅੱਜ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਕਹਿਤਾ, ਅਲਵਿਦਾ ਕਹਿਤਾ ਇੱਕ ਤਰ੍ਹਾਂ ਨਾਲ। ਜਿਹੜੀ ਰਵਾਇਤੀ ਲੀਡਰਸ਼ਿਪ ਹੈ ਉਹਨੂੰ ਸਾਰੀ ਨਾਲੋਂ ਤੁਸੀਂ ਆਪਣਾ ਨਾਤਾ ਤੋੜ ਲਿਆਗਾ। ਤੇ ਇਹਦੇ ਵਿੱਚ ਇਹਦੇ ਲਈ ਮੈਂ ਤੁਹਾਨੂੰ ਕਹਿ ਰਿਹਾ ਵੀ ਕੋਈ ਅੱਗੇ ਇਕੱਠ ਕਰਨ ਦਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਰੱਖਿਆ? ਬਿਲਕੁਲ, ਦੇਖੋ ਉਹ ਤਾਂ ਮੇਰੇ ਸੁਭਾਅ ਦਾ ਹਿੱਸਾ ਹੈ ਜੀ। ਉਹ ਜਦੋਂ ਵੀ ਆ ਹਾਲਾਤ ਠੀਕ ਹੋਣਗੇ ਜੀ। ਇੱਕ ਬਹੁਤ ਵੱਡਾ ਅਸੀਂ ਵਿਸ਼ਾਲ ਇਕੱਠ ਕਰਾਂਗੇ ਜੀ। ਤੇ ਅਸੀਂ ਉਹਦੇ 'ਚ ਤੁਹਾਡੀ ਮਦਦ ਵੀ ਮੰਗਾਂਗੇ, ਸਾਡੀ ਮਦਦ ਤੁਸੀਂ ਕਰਿਓ ਵੀ। ਜੀ। ਜੀ। ਲੇਕਿਨ ਬਹੁਤ ਵੱਡਾ ਇਕੱਠ ਕਰਾਂਗੇ ਤੇ ਉਦੋਂ ਕੋਈ ਨਾ ਕੋਈ ਸੁਨੇਹਾ ਵੀ ਦੇਵਾਂਗੇ ਕੀ ਕਹਿਣਾ ਚਾਹੁੰਦੇ ਅਸੀਂ ਵੀ ਕਿਹੋ ਜਿਹੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ, ਕਿਹੋ ਜਿਹੇ ਲੋਕਾਂ ਨੂੰ ਪਿੱਛੇ ਕਰਨਾ ਚਾਹੀਦਾ, ਉਹੋ ਜਿਹਾ ਮੈਸੇਜ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਅਖੀਰ ਜਿਹੜੀ ਮੈਂ ਪਹਿਲਾਂ ਵੀ ਕਹੀ ਵੀ ਜਿਹੜੇ ਨੇਕ ਇਨਸਾਨ ਨੇ ਉਹਨਾਂ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਵੀ ਆਉਂਦੇ ਨੇ ਰਾਜਨੀਤੀ ਦੇ ਵਿੱਚ, ਸਰ ਕੇਵਲ ਸਿੰਘ ਢਿੱਲੋਂ ਵਰਗੇ ਵੀ ਇਮਾਨਦਾਰ ਲੋਕ ਨੇ, ਇਹ ਵੀ ਆਉਂਦੇ ਨੇ, ਸੰਤ ਬਲਵੀਰ ਸਿੰਘ ਕੁੰਨਸ ਸਾਡੇ ਏਰੀਆ ਦੇ ਹੈਗੇ ਨੇ, ਉਹ ਵੀ ਆਉਂਦੇ ਨੇ। ਲੇਕਿਨ ਅਨੇਕਾਂ ਹੀ ਨੇ, ਮੈਂ ਇੱਕ ਦੀ ਗੱਲ ਨਹੀਂ ਕਰਦਾ, 3 ਨਹੀਂ 300 ਨੇ, 3000 ਨੇ। ਲੇਕਿਨ ਉਹੋ ਜਿਹੇ ਲੋਕ ਅੱਗੇ ਆਉਣੇ ਚਾਹੀਦੇ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਅੰਦਰੋਂ, ਜਾਂ ਜਿਨ੍ਹਾਂ ਦੇ ਅੰਦਰ ਕੋਈ ਦਰਦ ਹੈ ਲੋਕਾਂ ਲਈ, ਉਹਨਾਂ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਉਹਨਾਂ ਨੂੰ ਅੱਗੇ ਲਿਆਉਣਾ ਵੀ ਚਾਹੀਦਾ। ਬਿਲਕੁਲ ਜੀ। ਉਹ ਤਾਂ ਆਲਰੇਡੀ ਮਤਲਬ ਜੇ ਆਪਾਂ ਗੱਲ ਕਰਦੇ ਆਂਗੇ ਤਾਂ ਜਿਹੜੇ ਤੁਸੀਂ ਨਾਂ ਲਿਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਸੱਜਣ ਨੇ ਜਿਹੜੇ ਮਤਲਬ ਸੱਤਾ ਦੇ ਵਿੱਚ ਵੀ ਰਹੇ ਨੇਗੇ ਔਰ ਉੱਚੇ ਅਹੁਦਿਆਂ 'ਤੇ ਵੀ ਰਹੇ ਨੇਗੇ। ਤੇ ਉੱਥੋਂ ਵੀ ਲੱਗਦਾ ਤੁਹਾਨੂੰ ਵੀ ਮਤਲਬ ਜਦੋਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਬੰਦੇ ਵਿਚਰਦੇ ਆ ਉਹਨਾਂ ਦੀਆਂ ਕੁਝ ਮਜਬੂਰੀਆਂ, ਕੁਝ ਬੰਦਸ਼ਾਂ ਹੋ ਜਾਂਦੀਆਂ ਨੇ, ਉਸ ਤਰ੍ਹਾਂ ਕੰਮ ਨਹੀਂ ਕਰ ਸਕਦੇ ਹੈਗੇ ਉਹ। ਹਾਂਜੀ ਬਿਲਕੁਲ। ਜਦੋਂ ਅਣਤਜਰਬੇਕਾਰ ਬੰਦੇ ਦੇ ਹੱਥ ਕੋਈ ਬਾਗਡੋਰ ਆ ਜਾਂਦੀ ਹੈ, ਜਿਵੇਂ ਕਹ ਲਓ ਵੀ ਬੰਦਾ ਡਰਾਈਵਰ ਪੂਰਾ ਨਹੀਂ, ਬਸ ਉਹਨੂੰ ਵੱਡੀ ਫੜਾ ਦਿਓ, ਤਾਂ ਕੁਦਰਤੀ ਗੱਲ ਹੈ ਫਿਰ ਐਕਸੀਡੈਂਟ ਦੇ ਚਾਂਸ ਵੱਧ ਜਾਂਦੇ ਨੇ। ਜੀ। ਜੀ। ਇਵੇਂ ਜਿਕਣੀ ਰਾਜਨੀਤਿਕ ਸਿਸਟਮ ਦੇ ਵਿੱਚ ਜਿਹੜੇ ਕੋਈ ਲੋਕ ਅੱਛੀ ਰਾਜਨੀਤੀ ਨਹੀਂ ਸੀ ਜਾਣਦੇ ਉਹ ਆਏ। ਸੌਰੀ ਹੁਣ ਮੇਰਾ ਮੂੰਹ ਛੋਟਾ, ਮੈਂ ਗੱਲ ਵੱਡੀ ਕਰਨ ਲੱਗਿਆ। ਮਾਨਯੋਗ ਸੰਜੇ ਗਾਂਧੀ ਜੀ ਤੇ ਰਾਜੀਵ ਗਾਂਧੀ ਜੀ। ਰਾਜੀਵ ਗਾਂਧੀ ਜੀ ਤਾਂ ਪਾਇਲਟ ਸੀ ਜੀ, ਉਹ ਰਾਜਨੀਤੀ 'ਚ ਆ ਗਏ ਜੀ, ਉਹ ਰਾਜਨੀਤੀ 'ਚ ਮਾਰ ਖਾ ਗਏ ਜੀ। ਸੰਜੇ ਗਾਂਧੀ ਜੀ ਰਾਜਨੀਤਿਕ ਸੀ, ਉਹ ਪਾਇਲਟ ਬਣ ਕੇ ਜਹਾਜ਼ ਚਲਾਉਣ ਲੱਗ ਗਿਆ, ਉਹਨੇ ਜਹਾਜ਼ ਸਿੱਟ ਲਏ ਨੇ, ਰਾਜਨੀਤੀ ਸਿੱਟ ਲਈ। ਜਦੋਂ ਕੋਈ ਸਿਸਟਮ ਬਦਲ ਕੇ ਕੋਈ ਬੰਦਾ ਆਊਗਾ, ਦੇਖੋ ਇੱਕ ਬਹੁਤ ਵੱਡੇ ਚਿਹਰੇ ਉਹ ਇਸ ਕਰਕੇ ਚਲੇ ਗਏ, ਉਹਨਾਂ ਨੇ ਸਬਜੈਕਟ ਚੇਂਜ ਕਰ ਲਏ। ਬਹੁਤ ਵੱਡੀ ਗੱਲ ਹੈ ਜੀ ਬਾਕੀ। ਤੇ ਬਾਕੀ ਜਿਹੜਾ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਵੀ ਬਾਖੂਬੀ ਤੁਹਾਡਾ ਜਿਹੜਾ ਇਸ਼ਾਰਾ ਹੈ ਉਹ ਮਤਲਬ ਦਰਸ਼ਕ ਸਾਡੇ ਸਮਝ ਗਏ ਹੋਣਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਮਿਹਰਬਾਨੀ, ਥੈਂਕ ਯੂ। ਦਰਸ਼ਕ ਤੁਹਾਡੇ ਨਾਲ ਸਿਆਣੇ ਨੇ ਜੀ। ਬਿਲਕੁਲ, ਹਾਂ ਜੀ। ਤੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ, ਮਤਲਬ ਅੱਜ ਜਿਹੜਾ ਤੁਹਾਡਾ ਮੈਸੇਜ ਹੈਗਾ, ਤੁਹਾਡਾ ਮਤਲਬ ਇੱਕ ਲੰਮਾ ਤਜਰਬਾ ਹੈਗਾ, ਇਹਦੇ ਵਿੱਚੋਂ ਕੀ ਸੁਨੇਹਾ ਕੀ ਦੇਣਾ ਚਾਹੋਗੇ? ਸੁਨੇਹਾ ਮੈਂ ਦੇਣਾ ਚਾਹੁੰਦਾ ਜੀ, ਅੱਜ ਸਭ ਕੁਝ ਜੱਗ ਜ਼ਾਹਰ ਹੈ। ਹਿੰਦੁਸਤਾਨ ਦਾ ਜਿਹੜਾ ਅੰਨਦਾਤਾ ਕਿਸਾਨ ਹੈ, ਉਹਦੀ ਆਪਾਂ ਹਾਲਤ ਦੇਖੋ ਕੀ ਆ, ਇਹ ਕਿਹਨਾਂ ਨੇ ਬਣਾਈ ਆ, ਉਹਨਾਂ ਨੂੰ ਪਹਿਚਾਨਣ ਦੀ ਲੋੜ ਹੈ। ਫਿਰ ਇਹ ਅੱਜ ਦਾ ਇਹ ਨਹੀਂ ਵੀ ਕੋਈ ਇੱਕ ਮਸਲਾ ਅੱਜ ਕਿਸਾਨਾਂ ਕਰਕੇ, ਇਹ ਸ਼ੁਰੂ ਤੋਂ ਇਦਾਂ ਹੁੰਦਾ ਆਇਆ, ਅੱਜ ਇਹ ਸਾਰਾ ਕੁਝ ਬਾਹਰ ਆ ਗਿਆ। ਸੋ ਮੈਂ ਸਮਝਦਾ ਵੀ ਜੇ ਅਸੀਂ ਚੰਗੀ ਚੋਣ ਕਰਾਂਗੇ, ਚੰਗੇ ਕਿਰਦਾਰ ਵਾਲੇ ਲੋਕ ਜਿਹੜੇ ਅਸੀਂ ਆਪਣੇ ਉੱਪਰ ਲੈ ਕੇ ਆਵਾਂਗੇ ਸਰਕਾਰਾਂ ਦੇ ਵਿੱਚ, ਤਾਂ ਸਾਡੇ ਨਾਲ ਆਹ ਹਾਲਾਤ ਨਹੀਂ ਹੋਣਗੇ। ਕਿਸੇ ਬੰਦੇ ਨੇ ਲਿਖਿਆ ਕਿ ਜਦੋਂ ਰਾਜਾ ਵਪਾਰੀ ਹੋ ਜੇ ਉਦੋਂ ਪ੍ਰਜਾ ਭਿਖਾਰੀ ਹੋ ਜਾਂਦੀ ਹੈ। ਬਿਲਕੁਲ। ਸੋ ਇਸ ਲਈ ਜਿਹੜੇ ਸਾਡੇ ਰਾਜੇ ਨੇ ਉਹ ਵਪਾਰੀ ਹੋ ਗਏ ਤੇ ਪ੍ਰਜਾ ਭਿਖਾਰੀ ਹੋ ਗਈ। ਤੇ ਜਦੋਂ ਫਿਰ ਪ੍ਰਜਾ ਭਿਖਾਰੀ ਹੋ ਜੇ ਫਿਰ ਉਹ ਕੀ ਕਰਦੀ ਆ, ਉਹਨੂੰ ਕੁਝ ਹੋ ਰਿਹਾ, ਤੇ ਕੁਦਰਤੀ ਗੱਲ ਆ ਫਿਰ ਉਹਨੇ ਰਾਜ ਪਲਟਾ ਆਉਣਾ ਚਾਹੀਦਾ। ਮਤਲਬ ਇੱਦਾਂ ਦੇ ਲੋਕ, ਵਪਾਰੀ ਲੋਕ ਰਾਜੇ ਨਹੀਂ ਹੋਣੇ ਚਾਹੀਦੇ। ਅਖੀਰ ਦੇ ਵਿੱਚ ਇੱਕ ਸਵਾਲ ਤੁਹਾਨੂੰ ਮੈਂ ਕਰੂੰਗਾ, ਜਿਸ ਤਰ੍ਹਾਂ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਹੋ ਵੀ ਜਿਹੜਾ ਘਰ ਦਾ ਮੁਖੀ ਆ ਉਹ ਜਾਂ ਕਿਸੇ ਕਾਰੋਬਾਰ ਦਾ ਮੁਖੀ ਹੈ, ਉਸੇ 'ਤੇ ਹੀ ਹੁੰਦਾ ਵੀ ਉਹਨੇ ਕਾਰੋਬਾਰ ਵਧੀਆ ਬਣਾ ਲਏ ਤਾਂ ਉਹਨੂੰ ਚੰਗਾ ਕਿਹਾ ਜਾਂਦਾ, ਘਰ ਦਾ ਮੁਖੀ ਜੇ ਮਾੜਾ ਕਰ ਦੂ ਤਾਂ ਉਹਨੂੰ ਮਾੜਾ ਕਿਹਾ ਜਾ ਸਕਦਾ। ਸਾਡੇ ਪੰਜਾਬ ਦੇ ਵਿੱਚ 2 ਵਿਅਕਤੀ ਹੈ 25 ਸਾਲ ਤੋਂ, 15 ਸਾਲ ਬਾਦਲ ਸਾਹਿਬ ਦੇ, 10 ਸਾਲ ਆ ਹੋ ਜਾਣੇ ਆ ਕੈਪਟਨ ਸਾਹਿਬ ਦੇ। ਸੋ 25 ਸਾਲਾਂ ਦੇ ਵਿੱਚ ਜਿਹੜਾ ਕੁਛ ਵੀ ਹੋਇਆ ਪੰਜਾਬ ਦੇ ਵਿੱਚ, ਇਹ ਦੋਨੇ ਵਿਅਕਤੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਊ। ਬਿਲਕੁਲ, ਕਿਉਂਕਿ ਮੁਖੀ ਤਾਂ ਇਹੀ ਰਹੇ ਨਾ ਜੀ। ਬਿਲਕੁਲ, ਕੋਈ ਰੌਲਾ ਚੰਗਾ ਕੋਈ ਮਾੜਾ ਪੰਜਾਬ ਦਾ ਜੋ ਵੀ ਹੋਇਆ। ਬਿਲਕੁਲ ਸੰਧੂ ਸਾਹਿਬ, ਇਹ ਠੀਕ ਹੈ। ਮਤਲਬ ਜਦੋਂ ਚੰਗਾ ਕੁਝ ਦੇਸੀ ਨਹੀਂ ਰਿਹਾ ਜੀ, ਬਿਜਲੀ ਦੇ ਭਾਅ ਜੀ ਕੀ ਹੋ ਗਏ, ਜਿਣਸਾਂ ਦੇ ਭਾਅ ਉੱਥੇ ਖੜੇ ਨੇ ਜੀ, ਮਹਿੰਗਾਈ ਕਿੱਧਰ ਨੂੰ ਜਾ ਰਹੀ ਆ, ਆਮ ਕਿਰਦਾਰ ਬੰਦੇ ਦਾ ਥੱਲੇ ਨੂੰ ਲਿਜਾਇਆ ਜਾ ਰਿਹਾ, ਇੰਟੈਂਸ਼ਨਲੀ ਪਾਲਿਸੀਆਂ ਦੇ ਤਹਿਤ ਇਹਨੂੰ ਦਬਾਇਆ ਜਾ ਰਿਹਾ। ਫਿਰ ਜ਼ਿੰਮੇਵਾਰ ਤਾਂ ਦੇਖੋ ਜਿਹੜਾ ਹੈੱਡ ਆ ਉਹਨੂੰ ਕਿਹਾ ਹੀ ਜਾਊਗਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਇਹ ਸਰਦਾਰ ਭੋਲਾ ਸਿੰਘ ਵਿਰਕ ਜਿਨ੍ਹਾਂ ਨੇ ਬੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿਹੜੀਆਂ ਗੱਲਾਂ ਨੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਅਤੇ ਇਹਨਾਂ ਨੇ ਅੱਜ ਜਿਹੜੀ ਰਵਾਇਤੀ
ਰਾਜਨੀਤੀ ਆ ਉਹ ਛੱਡੀ ਹੈ, ਰਾਜਨੀਤੀ ਨਹੀਂ ਛੱਡੀ ਹੈ। ਕਈ ਲੋਕਾਂ ਦਾ ਇਹ ਵੀ ਭੁਲੇਖਾ ਹੋ ਜਾਂਦਾ ਵੀ ਸ਼ਾਇਦ ਭੋਲਾ ਸਿੰਘ ਵਿਰਕ ਨੇ ਕੋਈ ਸੰਨਿਆਸ ਲੈ ਲਿਆ ਰਾਜਨੀਤੀ ਤੋਂ, ਉਹ ਨਹੀਂ ਹੈ। ਰਾਜਨੀਤੀ ਇਹਨਾਂ ਨੇ ਜਿਹੜੀ ਰਵਾਇਤੀ ਰਾਜਨੀਤੀ ਹੈ, ਰਵਾਇਤੀ ਲੀਡਰਸ਼ਿਪ ਹੈ, ਉਹਦੇ ਨਾਲੋਂ ਨਾਤਾ ਤੋੜ ਲਿਆ ਔਰ ਆਪਣੇ ਤੌਰ 'ਤੇ ਜਿਹੜੀ ਰਾਜਨੀਤੀ ਦੇ ਵਿੱਚ ਸਰਗਰਮ ਰਹਿਣਗੇ ਔਰ ਇਹ ਪੰਜਾਬ ਦੇ ਚੰਗੇ ਭਵਿੱਖ ਲਈ ਕਾਮਨਾ ਕਰਦੇ ਨੇ ਔਰ ਚੰਗੇ ਭਵਿੱਖ ਦੇ ਲਈ ਪਹਿਲਾਂ ਵੀ ਇਹਨਾਂ ਦਾ ਜਿਹੜਾ ਪਿਛੋਕੜ ਹੈ, ਜਦੋਂ ਅਸੀਂ ਬਾਚਦੇ ਆਂਗੇ ਤਾਂ ਉਹ ਦੇਖਦੇ ਹਾਂ ਵੀ ਇਹਨਾਂ ਨੇ ਸਮਾਜ ਦੇ ਭਲੇ ਲਈ ਬਹੁਤ ਸਾਰੇ ਕੰਮ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ, ਬਹੁਤ ਜ਼ਿਆਦਾ ਸਮਾਂ ਜਿਹੜਾ ਉਹ ਸਮਾਜ ਦੇ ਲਈ ਲਾਇਆ ਗਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਕੋਈ ਚੰਗੀ ਰਾਜਨੀਤੀ ਹੈ ਜਿਹੜੀ ਪੰਜਾਬ ਦੇ ਵਿੱਚ ਉੱਭਰ ਕੇ ਆਵੇ ਔਰ ਸਰਦਾਰ ਭੋਲਾ ਸਿੰਘ ਵਿਰਕ ਵਰਗੇ ਲੋਕ ਉਸ ਰਾਜਨੀਤੀ ਦਾ ਹਿੱਸਾ ਬਣਨ। ਤੋ ਅੱਜ ਦੇ ਲਈ ਇੰਨਾ ਹੀ, ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਨਾਲ, ਕਰਾਵਾਂਗੇ ਤੁਹਾਡੀ ਗੱਲਬਾਤ। ਧੰਨਵਾਦ।